अस्सलामुअलैकुम वरहमतुल्लाह। मैं खालिद नदीम सोया चांद से आगे की दुनिया। फैसल भाई आए ने जी साडे कोल चनियोट ज़िले चों ते गलबात असी ये कर रहे सी कि एक माल्टा छिलिया ते एक है जी जनाब बगैर छिलिया। अच्छा छिलिया माल्टा भाई फैसल नूं मैं दिता ते उन्होंने कहा कि जी नहीं मैं बगैर छिले तो खाना। ਤੇ ਇੱਥੋਂ ਹੀ ਨਾ ਜੀ ਜਨਾਬ ਸਾਡੀ ਗੱਲ ਬੜੀ ਲੰਮੀ ਹੋ ਜਾਂਦੀ ਹੈ ਤੇ ਮੈਂ ਮੁਖਤਸਰ ਤੁਹਾਨੂੰ ਇੱਕ ਪੈਗਾਮ ਦਿਆਂਗਾ ਛੋਟਾ ਜਿਹਾ ਮਹਿਜ਼ 1.5 ਜਾਂ 2 ਮਿੰਟ ਦਾ। ਤੇ ਇਹ ਦੇਖੋ ਇਸ ਛਿੱਲੇ ਹੋਏ ਮਾਲਟੇ ਲਈ ਸਭ ਤੋਂ ਪਹਿਲੇ SOPs ਦਾ ਲਿਹਾਜ਼ ਕਰਨਾ ਜ਼ਰੂਰੀ ਆ ਕਿ ਨਾ ਤੇ ਇਹਨਾਂ ਨੂੰ ਪਤਾ ਹੈ ਕਿ ਇਹ ਜਿਹੜੇ ਬੰਦੇ ਨੇ ਮਾਲਟਾ ਛਿੱਲਿਆ ਉਹਨੇ ਦਸਤਾਨੇ ਪਾਏ ਨੇ, ਹੱਥ ਧੋਤੇ ਨੇ ਜਾਂ ਨਹੀਂ ਧੋਤੇ। ਅੱਛਾ ਉਸ ਤੋਂ ਬਾਅਦ ਛਿੱਲਣ ਤੋਂ ਬਾਅਦ ਜਿਹੜਾ ਨਾ ਜੀ ਇਹਦੀ ਵੈਲਿਊ ਜ਼ੀਰੋ ਰਹਿ ਜਾਂਦੀ ਹੈ। ਕਿਉਂ ਕਿ ਇਹਨੂੰ ਅਸੀਂ ਜ਼ਿਆਦਾ ਦੇਰ ਮਹਿਫੂਜ਼ ਨਹੀਂ ਰੱਖ ਸਕਦੇ। ਇਸ ਮਾਲਟੇ ਦੀ ਮਿਸਾਲ ਤੇ ਇਹ ਜਿਹੜਾ ਛਿੱਲਣ ਤੋਂ ਬਗੈਰ ਆ ਛਿੱਲੜ ਜਿਹੜਾ ਆ ਇਹ 'ਤੇ ਅਸੀਂ ਗੱਲਬਾਤ ਕਰਾਂਗੇ ਜਿਹੜਾ ਸਾਡੇ ਮੁਆਸ਼ਰੇ ਦੇ ਵਿੱਚ ਇੱਕ ਪਰਦੇ ਦਾ ਨਿਜ਼ਾਮ ਆ ਨਾ ਜੀ, ਔਰਤਾਂ ਦੀ ਤਰੱਕੀ ਦੇ ਨਾਲ ਨਾਲ ਪਰਦੇ ਦਾ ਨਿਜ਼ਾਮ ਆ ਉਹ ਕੀ ਆ। ਅੱਛਾ ਦੇਖੋ ਹੁਣ ਇਸ ਮਾਲਟੇ ਨੂੰ ਅਸੀਂ ਜੇ ਅਗਰ ਜ਼ਿਆਦਾ ਦੇਰ ਮਹਿਫੂਜ਼ ਨਹੀਂ ਰੱਖ ਸਕਦੇ ਤੇ ਇਹਦਾ ਮਤਲਬ ਹੈ ਕਿ ਇਹਦਾ ਜੂਸ ਨਿਕਲੇਗਾ, ਇਹਦਾ ਜੂਸ ਨਿਕਲੇਗਾ, ਗ੍ਰੈਂਡਰ ਚੱਲੇਗਾ, ਇਹਨੂੰ ਉਹ ਰਿੜਕੇਗਾ, ਇਹਨੂੰ ਬੜੇ ਰਗੜੇ ਖਾਣੇ ਪੈਣਗੇ, ਫਿਰ ਜਨਾਬ ਇਹਦਾ ਇਸਤੇਮਾਲ ਹੋਏਗਾ। ਨਹੀਂ ਤੇ ਇਹ ਬੇਕਾਰ ਹੋ ਜਾਏਗਾ ਕਿਉਂਕਿ ਜਰਾਸੀਮ ਵਗੈਰਾ ਇਹਦੇ ਉੱਤੇ ਆ ਜਾਂਦੇ ਨੇ। ਇਹਨੂੰ ਅਸੀਂ ਜ਼ਿਆਦਾ ਦੇਰ ਹੁਣ ਰੱਖ ਨਹੀਂ ਸਕਦੇ ਤੇ ਜਿਹਨੇ ਛਿਲਿਆ ਇਹਨੂੰ ਉਹ ਹੀ ਖਾ ਸਕਦਾ। ਇਹ ਮਿਸਾਲ ਮੈਂ ਦਿਆਂਗਾ ਕਿ ਜਿਹੜਾ ਸਾਡੇ ਮੁਆਸ਼ਰੇ ਦੇ ਵਿੱਚ ਮਰਦ ਦਾ ਮੁਕਾਮ ਹੈ ਜੀ, ਸਭ ਤੋਂ ਪਹਿਲੀ ਗੱਲ ਹੈ ਕਿ ਦੌਲਤ ਦਾ ਇੱਕ ਅਲੱਗਾ ਮੁਕਾਮ ਹੈ, ਉਹਨੂੰ ਤਸਲੀਮ ਕਰਨਾ। ਤੰਦਰੁਸਤੀ ਦਾ ਇੱਕ ਅਲੱਗਾ ਮੁਕਾਮ ਆ, ਉਹਨੂੰ ਵੀ ਸਾਨੂੰ ਤਸਲੀਮ ਕਰਨਾ ਚਾਹੀਦਾ। ਜਦੋਂ ਅਸੀਂ ਆਪਣੀ ਦਿਮਾਗੀ ਹਾਲਤ ਨੂੰ ਦੌਲਤ ਵੱਲ ਜ਼ਿਆਦਾ ਲੈ ਜਾਂਦੇ ਹਾਂ ਤੇ ਤੰਦਰੁਸਤੀ ਨੂੰ ਅਸੀਂ ਭੁੱਲ ਜਾਂਦੇ ਹਾਂ ਤੇ ਉੱਥੇ ਆ ਕੇ ਅਸੀਂ ਬੜੀ ਮਾਰ ਖਾ ਜਾਂਦੇ ਹਾਂ ਕਿ ਜਿਹੜਾ ਨਾ ਫਿਰ ਦੌਲਤ ਤੰਦਰੁਸਤੀ ਦਾ ਹੱਲ ਨਹੀਂ ਰਹਿ ਜਾਂਦੀ, ਕਿਉਂਕਿ ਦੌਲਤ ਦੇ ਨਾਲ ਤੰਦਰੁਸਤੀ ਖਰੀਦੀ ਨਹੀਂ ਜਾ ਸਕਦੀ। ਇਸ ਲਈ ਇੱਕ ਤੇ ਇਸ ਗੱਲ ਤੇ ਸਾਨੂੰ ਬੜਾ ਆਪਣੇ ਆਪ ਲਈ ਵਕਤ ਕੱਢਣਾ ਚਾਹੀਦਾ ਹੈ। ਤੰਦਰੁਸਤੀ ਵਾਸਤੇ ਜਿਹੜੀਆਂ ਵੀ ਚੀਜ਼ਾਂ ਲਾਜ਼ਮ ਨੇ ਉਹਨਾਂ ਨੂੰ ਜ਼ਰੂਰ ਸਾਨੂੰ ਅਪਣਾਉਣਾ ਚਾਹੀਦਾ। ਤੇ ਦੂਸਰੀ ਗੱਲ ਇਹ ਵੇ ਕਿ ਔਰਤ ਜੀ ਅਗਰ ਪਰਦੇ ਦੇ ਵਿੱਚ ਆ ਨਾ ਜੀ ਤੇ ਉਹਦੀ ਮਿਸਾਲ ਹੈ ਐਸ ਕਿੰਨੂ ਤਰ੍ਹਾਂ। ਠੀਕ ਹੈ ਜੀ, ਇਹਦੀ ਬੜੀ ਇੱਕ ਕੀਮਤ ਹੈ, ਇਹਦੀ ਬੜੀ ਵੈਲਿਊ ਹੈ, ਇਹਨੂੰ ਹਰ ਕੋਈ ਪਸੰਦ ਵੀ ਕਰੇਗਾ, ਇਹ ਤੇ ਗਿਲਾ ਵੀ ਕੋਈ ਨਹੀਂ। ਅੱਛਾ ਜਦੋਂ ਆ ਜਾਂਦੀ ਹੈ ਬੇਪਰਦਗੀ ਤੇ ਉਹਦੀ ਹਾਲਤ ਹੋ ਜਾਂਦੀ ਹੈ ਐਸ ਕਿੰਨੂ ਤਰ੍ਹਾਂ। ਇਹਦੇ ਉੱਤੇ ਉੱਠਦੇ ਨੇ ਬੜੇ ਸਾਰੇ ਸਵਾਲ। ਠੀਕ ਹੈ ਜੀ, ਤੇ ਬਾਹਰ ਦੇ ਜੇ ਅਗਰ ਮੁਆਸ਼ਰਿਆਂ ਤੇ ਅਸੀਂ ਨਜ਼ਰ ਦੜਾਉਂਦੇ ਆ ਨਾ ਜੀ ਤੇ ਅੱਜ ਉਹ ਲੋਕ ਮਜਬੂਰ ਕਿਉਂ ਨੇ ਕਿ ਉੱਥੇ ਆਬਾਦੀ ਦੀ ਇੰਨੀ ਕੁ ਕਮੀ ਆ, ਮੈਨ ਪਾਵਰ ਦੀ ਏਡੀ ਕੁ ਕਮੀ ਆ। ਕਿਉਂ ਉਹਨਾਂ ਨੇ ਆਪਣੀ ਆਜ਼ਾਦੀ ਦੇ ਵਿੱਚ ਨਾ ਜੀ ਇੱਕ ਹੱਦ ਤੋਂ ਜ਼ਿਆਦਾ ਉਹਨਾਂ ਨੇ ਕਦਮ ਚੁੱਕੇ ਨੇ ਤੇ ਅੱਜ ਉਹ ਲੋਕ ਮਜਬੂਰ ਨੇ। ਅੱਛਾ ਦੂਸਰੀ ਗੱਲ ਇਹ ਵੇ ਕਿ ਮੈਂ ਤੁਹਾਡਾ ਜ਼ਿਆਦਾ ਟਾਈਮ ਨਹੀਂ ਲਾਂਗਾ। SOPs ਦੇ ਮੁਤਲਕ ਸਾਨੂੰ ਆਪਣੇ ਡਰਾਈਵਰ ਭਰਾ ਜਿਹੜੇ ਨੇ ਇਹਨਾਂ ਨੂੰ ਵੀ ਅਮਲ ਕਰਨਾ ਚਾਹੀਦਾ ਤੇ ਹਰ ਮਜ਼ਦੂਰ ਨੂੰ ਹਰ ਛੋਟੇ ਤੋਂ ਛੋਟੇ ਲੈਵਲ 'ਤੇ ਵੀ ਜਿਹੜੇ SOPs ਤੋਂ ਮੁਰਾਦ ਹੁੰਦਾ ਜਿਹੜੇ ਤੁਹਾਡੇ ਹਿਫਾਜ਼ਤੀ ਇੰਤਜ਼ਾਮਾਤ ਨੇ ਨਾ ਜੀ ਕੰਮ ਕਰਨ ਦੇ, ਜਿੱਦਾਂ ਹੁਣ ਬੈਲਟ ਬੰਦੇ ਨੇ ਲਾਇਆ ਹੋਵੇ, ਨਜ਼ਰ ਉਹਦੀ ਠੀਕ ਹੋਵੇ, ਠੀਕ ਹੈ ਜੀ, ਦਿਮਾਗੀ ਹਾਲਤ ਬੰਦੇ ਦੀ ਠੀਕ ਹੋਵੇ, ਇਹ ਚੀਜ਼ਾਂ ਬਹੁਤ ਜ਼ਰੂਰੀ ਨੇ। ਬੰਦਿਆਂ ਨੂੰ ਫਰੈਸ਼ ਰੱਖੋ, ਡਰਾਈਵਰ ਨੂੰ ਹਮੇਸ਼ਾ ਫਰੈਸ਼ ਰੱਖੋ। ਜੇ ਅਗਰ ਉਹ ਥਕਾਵਟ ਮਹਿਸੂਸ ਕਰਦਾ ਉਹਨੂੰ ਰੈਸਟ ਕਰਨ ਦਿਓ। ਠੀਕ ਹੈ ਜੀ, ਇਸ ਤੋਂ ਇਲਾਵਾ ਇਹ ਵੇ ਕਿ ਜਿਹੜਾ ਸਾਡੇ ਸਕੂਲਾਂ ਦਾ ਨਿਜ਼ਾਮ ਆ ਨਾ ਇਹਦੇ ਵਿੱਚ ਜਨਾਬ ਇੱਕ ਦਿਮਾਗੀ ਡਾਕਟਰ ਦਾ ਹੋਣਾ ਇੰਤਹਾਈ ਜ਼ਰੂਰੀ ਹੈ, ਕਿਉਂਕਿ ਇਹ ਜ਼ਰਾਏ ਤੋਂ ਹੀ ਪਤਾ ਲੱਗਦਾ ਪਿਆ ਕਿ ਅੱਜ ਕੱਲ੍ਹ ਦਿਮਾਗ ਦਾ ਬੜਾ ਮਸਲਾ ਹੋ ਰਿਹਾ ਬੱਚਿਆਂ 'ਚ ਵੀ ਵੱਡਿਆਂ 'ਚ ਵੀ। ਤੇ ਜੇ ਅਗਰ ਸਾਡੇ ਸਕੂਲਾਂ ਤੋਂ ਹੀ ਇੱਕ ਦਿਮਾਗੀ ਡਾਕਟਰ ਉੱਥੇ ਤਾਇਨਾਤ ਹੋ ਜਾਵੇ, ਹਰ ਬੱਚੇ ਦਾ ਮਹਾਨਾ ਜਿਹੜਾ ਨਾ ਜੀ ਉਹਦੇ ਦਿਮਾਗੀ ਹਾਲਤ ਦੀ ਰਿਪੋਰਟ ਉਹਦੇ ਵਾਲਿदैन ਤੱਕ ਪਹੁੰਚਾਈ ਜਾਏ ਤੇ ਇਹਦੇ ਨਾਲ ਜਿਹੜਾ ਨਾ ਜੀ ਅਸੀਂ ਆਪਣੇ ਬੱਚਿਆਂ ਦੇ ਜ਼ਿਹਨਾਂ ਦੀ ਹਿਫਾਜ਼ਤ ਦੇ ਨਾਲ ਨਾਲ ਜਿਹੜਾ ਨਾ ਜੀ ਵਕਤ ਦੀਆਂ ਤਰੱਕੀਆਂ ਦੇ ਨਾਲ ਉਹ ਮਜ਼ੀਦ ਜ਼ਿਆਦਾ ਅੱਛਾ ਪੜ੍ਹਨਗੇ, ਜ਼ਿਆਦਾ ਅੱਛਾਈ ਦੀ ਤਰਫ ਜਾਣਗੇ, ਉਹਨਾਂ 'ਚੋਂ ਨੈਗੇਟਿਵਿਟੀ ਖ਼ਤਮ ਹੋਏਗੀ। ਜਿੱਦਾਂ ਅੱਜ ਕੱਲ੍ਹ ਹੁਣ ਐਡਿਕਸ਼ਨ, ਯੂਨੀਵਰਸਿਟੀਆਂ ਕਾਲਜਾਂ ਸਕੂਲਾਂ ਦੇ ਬੱਚੇ ਜਿਹੜੇ ਨੇ ਇੱਕ ਪੁੱਠੀ ਰਾਹ ਮਨਸ਼ਿਆਤ ਵੱਲ ਤੁਰ ਪੈਂਦੇ ਨੇ ਤੇ ਉਹਦੀ ਵਜ੍ਹਾ ਇਹ ਹੀ ਹੈ ਕਿ ਉਹਨਾਂ ਦੀ ਦਿਮਾਗੀ ਹਾਲਤ ਤੋਂ ਮਜਬੂਰ ਹੋ ਕੇ ਉਹ ਇਸ ਪਾਸੇ ਜਾਂਦੇ ਨੇ। ਜੇ ਅਗਰ ਅਸੀਂ ਦਿਮਾਗੀ ਡਾਕਟਰ ਇੱਕ ਤਾਇਨਾਤ ਕਰਦੇ ਹਾਂ ਹਰ ਸਕੂਲ ਕਾਲਜ ਯੂਨੀਵਰਸਿਟੀ ਲੈਵਲ 'ਤੇ ਤੇ ਬੱਚਿਆਂ ਦੀ ਦਿਮਾਗੀ ਹਾਲਤ ਨਾਲ ਨਾਲ ਔਰ ਉਹਨਾਂ ਨੂੰ ਮੈਡੀਸਨਸ ਦਿੱਤੀ ਜਾਣ ਤਾਂ ਕਿ ਅੱਛਾ ਮੈਂ ਜ਼ਿਆਦਾ ਲੰਬਾ
ਮੌਜੂ ਨਹੀਂ ਕਰਦਾ। ਇਹਦੇ ਨਾਲ ਹੀ ਤੁਸੀਂ ਮੈਨੂੰ ਇਜਾਜ਼ਤ ਦਿਓ। ਭਾਈ ਫੈਸਲ ਹੋਣਾ ਦਾ ਬਹੁਤ ਸ਼ੁਕਰੀਆ ਕਿ ਸਾਡੇ ਕੋਲ ਇਹ ਬੜੀ ਦੂਰੋਂ ਮਿਲਣ ਤਸ਼ਰੀਫ ਲਿਆਏ ਨੇ ਤੇ ਅਸੀਂ ਇਹਨਾਂ ਦੇ ਮਸ਼ਕੂਰ ਹਾਂ। ਤੇ ਇਹਦੇ ਨਾਲ ਮੈਨੂੰ ਇਜਾਜ਼ਤ ਦਿਓ। ਅੱਲਾ ਹਾਫਿਜ਼।